ਕਿਸਾਨ ਅੰਦੋਲਨ ਨੇ ਕਈ ਚੀਜ਼ਾਂ ਦੇ ਮਾਇਨੇ ਬਦਲ ਕੇ ਰੱਖ ਦਿੱਤੇ ਨੇ। ਜਿਹੜੇ ਲੋਕ ਜ਼ੁਬਾਨ ਨਹੀਂ ਸੀ ਖੋਲਦੇ ਹੁੰਦੇ ਹੁਣ ਉਹ ਵੀ ਲੀਡਰਾਂ ਕੋਲੋਂ ਸਵਾਲ ਪੁੱਛਣ ਲੱਗ ਪਏ ਨੇ। ਇਹ ਇੱਕ ਚੰਗੀ ਚੀਜ਼ ਹੈ ਅੰਦੋਲਨ ਦੇ ਵਿੱਚੋਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ 7 ਸਾਲ ਹੋ ਗਏ ਨੇ ਆਪਣੇ ਮਨ ਕੀ ਬਾਤ ਭਾਰਤ ਨੂੰ ਸੁਣਾਉਂਦਿਆਂ, ਪਰ ਹੁਣ ਭਾਰਤ ਦੇ ਲੋਕਾਂ ਨੇ ਵੀ ਆਪਣੇ ਮਨ ਕੀ ਬਾਤ ਪੁੱਛਣੀ ਸ਼ੁਰੂ ਕਰ ਦਿੱਤੀ ਹੈ। ਇੱਕ ਮੁਹਿੰਮ ਸ਼ੁਰੂ ਹੋਈ ਹੈ, ਭਾਰਤ ਕੇ ਮਨ ਕੀ ਬਾਤ, ਭਾਰਤ ਦੇ ਮਨ ਦੀ ਬਾਤ ਇੱਕ ਮੁਹਿੰਮ ਸ਼ੁਰੂ ਹੋਈ ਹੈ ਜਿਨ੍ਹਾਂ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਕੰਮ ਕਰ ਰਹੇ ਨੇ, ਇੱਕ ਕਾਰਡ ਨੂੰ ਫਿਲ ਕਰਵਾ ਰਹੇ ਨੇ। ਹਰ ਇੱਕ ਭਾਸ਼ਾ ਦੇ ਵਿੱਚ ਉਹ ਕਾਰਡ ਭਰਿਆ ਜਾਂਦਾ ਹੈ। ਆਪਣੇ ਮਨ ਕੀ ਬਾਤ ਉਸ ਕਾਰਡ ਦੇ ਵਿੱਚ ਲਿਖ ਕੇ ਘੱਟੋ ਘੱਟ 50,000 ਕਾਰਡ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੋਸਟ ਕੀਤੇ ਜਾਣਗੇ, ਤਾਂ ਜੋ ਜਿਹੜੇ ਕਾਲੇ ਕਾਨੂੰਨ ਭਾਰਤ ਸਰਕਾਰ ਦੇ ਵੱਲੋਂ ਬਣਾਏ ਗਏ ਨੇ ਉਹ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਰਡ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਕੋਲ ਪਏ ਇੱਥੇ, ਤਾਂ ਇਹਨਾਂ ਦੇ ਵਿੱਚੋਂ ਕਈ ਜਿਹੜੇ ਕਾਰਡ ਆ ਉਹ ਭਰ ਦਿੱਤੇ ਨੇ, ਕਈ ਭਰਨ ਵਾਲੇ ਨੇ। ਤਾਂ ਇਹਦੇ ਵਿੱਚ ਹਰ ਭਾਸ਼ਾ ਦੇ ਵਿੱਚ ਇਸ ਕਾਰਡ ਨੂੰ ਫਿਲ ਕੀਤਾ ਗਿਆ ਅਤੇ ਆਪਣੇ ਆਪਣੇ ਵਿਊਜ਼ ਲੋਕਾਂ ਨੇ ਇਹਦੇ ਕਾਰਡ ਦੇ ਉੱਪਰ ਦਿੱਤੇ ਨੇ। ਤਾਂ ਇਹ ਪੋਸਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੇ ਜਾਣਗੇ। ਜਿਸ ਤਰੀਕੇ ਨਾਲ ਕਾਰਡ ਹੈ, ਸਾਰੀ ਕਾਰਡ ਦੇ ਬਾਰੇ ਗੱਲਬਾਤ ਕਰਦੇ ਹਾਂ। ਜਿਹੜੇ ਨੌਜਵਾਨ ਇਸ ਪਿੱਛੇ ਕੰਮ ਕਰ ਰਹੇ ਨੇ, ਜਿਹੜੀ ਸੰਸਥਾ ਕੰਮ ਕਰ ਰਹੀ ਹੈ, ਉਹ ਸਾਰੀ ਗੱਲਬਾਤ ਕਰਾਂਗੇ। ਇਹ ਨੌਜਵਾਨ ਮੁੰਡੇ ਕੁੜੀਆਂ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਮੈਮ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ, ਕਿਉਂਕਿ ਤੁਸੀਂ ਬਹੁਤ ਮਿਹਨਤ ਵਾਲਾ ਕੰਮ ਕਰ ਰਹੇ ਹੋ ਕਿ ਇੰਨੇ ਕਾਰਡ ਤੁਸੀਂ ਭਰਵਾ ਰਹੇ ਹੋ। ਤਾਂ ਇਹ ਕਾਰਡ ਭਰਵਾਉਣ ਦਾ ਅਸਲ ਮੰਤਵ ਕੀ ਹੈ? ਕਿ ਇਸ ਕਾਰਡ ਦੇ ਨਾਲ ਕੰਨਾਂ ਤੱਕ ਆਵਾਜ਼ ਪਹੁੰਚ ਜੂਗੀ ਸਰਕਾਰ ਦੇ? ਵੈਲ, ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ, ਤੇ ਥੈਂਕ ਯੂ ਤੁਹਾਡਾ ਸੋ ਮਚ ਕਿ ਤੁਸੀਂ ਐਪਰੀਸ਼ੀਏਟ ਕੀਤਾ ਸਾਡੇ ਇਸ ਕੰਮ ਨੂੰ। ਵੈਲ, ਮੈਂ ਤਾਂ ਇਹੀ ਤੁਹਾਨੂੰ ਕਹਾਂਗੀ ਕਿ ਅਸੀਂ ਡਟੇ ਹਾਂ ਸਪੋਰਟ ਕਰਨ ਦੇ ਵਿੱਚ, ਤੇ ਅਸੀਂ ਡਟੇ ਰਵਾਂਗੇ ਤੇ ਉਨੀ ਦੇਰ ਤੱਕ ਹੀ ਅਸੀਂ ਇਸ ਚੀਜ਼ ਨੂੰ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਮੋਦੀ ਤੱਕ ਆਵਾਜ਼ ਇਹ ਪਹੁੰਚਦੀ ਨਹੀਂ। ਇਹ ਉਹਨੂੰ ਸੁਣਨਾ ਹੀ ਪਏਗਾ ਜੋ ਮਰਜ਼ੀ ਹੋ ਜਾਵੇ। ਤਾਂ ਇਹ ਕਾਰਡ ਮੈਂ ਜਿਵੇਂ ਦੇਖ ਰਿਹਾ ਕਿ ਕਈਆਂ ਨੇ ਬੜੇ, ਜਿਸ ਤਰ੍ਹਾਂ ਆ ਕਾਰਡ ਭਰ ਗਿਆ, ਮੈਨੂੰ ਲੱਗਦਾ ਕਾਰਡ ਦੀ ਸਪੇਸ ਘੱਟ ਰਹਿ ਗਈ। ਤਾਂ ਜਿਸ ਤਰੀਕੇ ਨਾਲ ਸਾਰਿਆਂ ਨੇ ਰਿਸਪੈਕਟਡ ਫਾਰਮਰਸ ਨੂੰ ਦਿੱਤੀ ਹੋਈ ਹੈ, ਰਿਸਪੈਕਟ ਦਿੱਤੀ ਹੋਈ ਹੈ। ਤਾਂ ਇਹ ਜਦੋਂ ਤੁਸੀਂ ਭਰਵਾਉਂਦੇ ਹੋ ਜਾਂ ਕਿਸ ਤਰੀਕੇ ਨਾਲ ਭਰਵਾਉਂਦੇ ਹੋ, ਕੀ ਕਹਿੰਦੇ ਹੋ ਅਗਲੇ ਨੂੰ, ਕਿੱਥੇ ਕਿੱਥੇ ਜਾ ਕੇ ਭਰਵਾਉਂਦੇ ਹੋ, ਇਹ ਸਾਰੀ ਡਿਟੇਲ ਦੇ ਵਿੱਚ ਦੱਸੋ। ਵੈਲ, ਮੈਂ ਜਦੋਂ ਤੁਸੀਂ ਮੈਨੂੰ ਤੋਂ ਸਵਾਲ ਕਰ ਰਹੇ ਸੀ ਤਾਂ ਮੈਂ ਉਸ ਵੇਲੇ ਮੈਨੂੰ ਮਤਲਬ ਖੁਸ਼ੀ ਹੋ ਰਹੀ ਸੀ ਇਹ ਕਹਿੰਦਿਆਂ ਹੋਇਆ ਕਿ ਮਤਲਬ ਜੋ ਮੈਂ ਜਵਾਬ ਦੇਣ ਜਾ ਰਹੀ ਹਾਂ ਉਹ ਇਹ ਹੈ ਕਿ ਮਤਲਬ ਅਸੀਂ ਜਦੋਂ ਕਾਰਡ ਦਿੰਦੇ ਆ ਨਾ ਤਾਂ ਕਈ ਅੱਗੋਂ ਇੰਨਾ ਪੋਜ਼ਿਟਿਵ ਰਿਸਪੌਂਸ ਜ਼ਿਆਦਾ ਇੰਥੂਜ਼ੀਆਸਟਿਕਲੀ ਦਿੰਦੇ, ਕਹਿੰਦੇ ਆ ਕਿ ਇਹ ਬਹੁਤ ਛੋਟਾ ਆ, ਮਤਲਬ ਸਾਨੂੰ ਤਾਂ ਹੋਰ ਇਹ ਤੋਂ ਵੱਡਾ ਲਿਆ ਕੇ ਦਿਓ, ਅਸੀਂ ਲਿਖ ਕੇ ਦਈਏ ਤੁਹਾਨੂੰ ਕਿ ਸਾਡੇ ਦਿਲ 'ਚ ਕੀ ਕੀ ਚੱਲਦਾ ਪਿਆ ਇਸ ਵੇਲੇ। ਮਤਲਬ ਲਿਖਣ ਲੱਗੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਪੀੜ੍ਹੀ ਦੇ ਜਿਹੜੇ ਬੱਚੇ ਨੇ, ਬਜ਼ੁਰਗ ਨੇ, ਹੈ ਨਾ, ਸਭ ਕਰਦੇ ਨੇ। ਤੇ ਉਹ ਮਤਲਬ ਲਾਈਕ ਇੰਨਾ ਇਮੋਸ਼ਨਲੀ ਅਟੈਚ ਹੋਏ ਨੇ ਇਸ ਚੀਜ਼ ਨਾਲ ਕਿ ਉਹ ਇੰਨੇ ਇਮੋਸ਼ਨਲ ਹੋ ਜਾਂਦੇ ਕਿ ਬਾਅਦ 'ਚ ਜਦੋਂ ਹੁਣ ਅਸੀਂ ਬਹਿ ਕੇ ਕਾਰਡਸ ਪੜ੍ਹਦੇ ਹਾਂ, ਕਿਉਂਕਿ ਅਸੀਂ ਲਿਖਵਾ ਕੇ ਲਿਆਉਂਦੇ ਹਾਂ, ਅਸੀਂ ਵੀ ਪੜ੍ਹਨੇ ਆ ਕਿ ਮਤਲਬ ਲੋਕਾਂ ਦੇ ਦਿਲ 'ਚ ਕੀ ਚੱਲ ਰਿਹਾ ਤੇ ਸਾਡੀ ਜਿਹੜੀ ਜਨਤਾ ਉਹ ਕੀ ਮਹਿਸੂਸ ਕਰ ਰਹੀ ਹੈ ਇਸ ਅੰਦੋਲਨ ਨੂੰ ਲੈ ਕੇ, ਹੈ ਨਾ। ਕਿ ਮਤਲਬ ਲਾਈਕ ਸਾਨੂੰ ਵੀ ਪਤਾ ਲੱਗੇ ਕਿ ਅਸੀਂ ਜੋ ਐਫਰਟਸ ਪਾ ਰਹੇ ਹਾਂ ਉਹ ਮਤਲਬ ਹੋਰ ਕਿੰਨੇ ਕੁ ਜ਼ਿਆਦਾ ਪਾਈਏ ਅਸੀਂ, ਕਿ ਇਹ ਜਿਹੜੀ ਆਵਾਜ਼ ਹੈ ਇਹ ਉਹਦੇ ਕੰਨਾਂ ਤੱਕ ਪਹੁੰਚੇ। ਕੁਝ ਕਾਰਡਸ ਤੁਸੀਂ ਹੱਥ 'ਚ ਫੜੇ ਵੀ ਹੈ, ਕਿ ਕਿਸ ਤਰੀਕੇ ਦੀਆਂ ਫੀਲਿੰਗਸ ਲੋਕ ਆਪਣੀਆਂ ਜ਼ਾਹਰ ਕਰਦੇ ਆ, ਲਿਖਦੇ ਆ, ਥੋੜਾ ਜਿਹਾ ਦੱਸੋ। ਹਾਂਜੀ, ਇਹ ਲਿਖਿਆ ਜੀ ਪਰਨੀਤ ਗਰੇਵਾਲ ਨੇ, ਜਲੰਧਰ ਦੀ ਵਸਨੀਕ ਨੇ। ਕਹਿੰਦੇ ਨੇ, ਰਿਸਪੈਕਟਡ ਪ੍ਰਾਈਮ ਮਿਨਿਸਟਰ, with due respect, although Sikhs contribute only 2% of proportion in world's population, still impacts largely on any affair, especially whenever it is about welfare for the society. In this regards, we request you to take back the bills. ਆਪੋ ਆਪਣੇ ਭਾਵਨਾਵਾਂ ਨੇ ਕਿ ਜਿਸ ਤਰੀਕੇ ਨਾਲ ਮਰਜ਼ੀ ਆ, ਰਿਸਪੈਕਟਡ ਸਰ ਕਿਹਾ, ਕਿਉਂਕਿ ਇਹ ਵੀ ਇੱਕ ਜ਼ਰੂਰੀ ਹੈ, ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਇਸ ਦਾ ਵੀ ਇੱਕ ਮਤਲਬ ਆ। ਤਾਂ ਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਪਹਿਲਾਂ ਤੋਂ ਸਾਨੂੰ ਗੁਰਤੀ ਵਿੱਚ ਇਹੀ ਸਿਖਾਇਆ ਕਿ ਬੰਦੇ ਦੀ ਉਮਰ ਦੇ ਉੱਤੇ ਜਾ ਕੇ ਤੇ ਫਿਰ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ, ਭਾਵੇਂ ਬੰਦਾ ਜਿੰਨਾ ਮਰਜ਼ੀ ਗਲਤ ਕਿਉਂ ਨਹੀਂ ਹੈ। ਸੋ ਇਸ ਕਰਕੇ ਸ਼੍ਰੀ ਸਿਰਫ ਅਸੀਂ ਉਹਨਾਂ ਦੀ ਉਮਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਾਇਆ, ਤੇ ਉਹ ਡਿਜ਼ਰਵ ਵੀ ਸ਼੍ਰੀ ਐਸੇ ਲਈ ਕਰਦੇ ਨੇ। ਬਾਕੀ ਉਹਨਾਂ ਨੇ ਰੰਗ ਤਾਂ ਆਪਣੇ ਚੰਗੇ ਤਰੀਕੇ ਨਾਲ ਦਿਖਾਤੇ ਨੇ ਕਿਉਂਕਿ ਕਰ ਰਹੇ ਨੇ। ਸੋ ਤੁਸੀਂ ਡਟੇ ਹੋਏ ਹੋ, ਸ਼ੁਰੂ ਤੋਂ ਇਹ ਕਾਰਡਸ ਭਰਾ ਰਹੇ ਹੋ, ਤਾਂ ਇਹ ਕਿਉਂਕਿ ਹਰ ਤਰ੍ਹਾਂ ਦੇ ਲੋਕ ਹੁੰਦੇ ਆ, ਚਾਹੇ ਚੰਗੇ ਚੰਗੇ ਮਾੜੇ ਹੁੰਦੇ ਆ, ਤਾਂ ਕੋਈ ਉਸ ਤਰੀਕੇ ਨਾਲ ਮਿਲਿਆ ਹੋਵੇ ਬੀਜੇਪੀ ਸਪੋਰਟਰ ਜਿਹੜਾ ਤੁਹਾਨੂੰ ਕਹਿੰਦਾ ਹੋਵੇ ਕਿ ਨਹੀਂ ਇਹ ਤੁਸੀਂ ਗਲਤ ਕਰ ਰਹੇ ਹੋ, ਕੋਈ ਇਦਾਂ ਦੀ ਹੈ ਕੋਈ ਐਕਸਪੀਰੀਅੰਸ? ਐਸਐਸ ਤੇ ਸਾਨੂੰ ਕੁਝ ਨਹੀਂ ਮਿਲਿਆ। ਜਿੱਥੋਂ ਤੱਕ ਅਸੀਂ ਪਰਸਨ ਟੂ ਪਰਸਨ ਗਏ ਆ, ਸਾਰਿਆਂ ਨੇ ਸਾਨੂੰ ਮਤਲਬ ਪੋਜ਼ਿਟਿਵ ਰਿਸਪੌਂਸ ਹੀ ਦਿੱਤਾ ਹੈ, ਫੇਵਰ ਦੇ ਵਿੱਚ ਹੀ ਆਏ ਨੇ। ਸੋ ਐਸਾ ਸਾਨੂੰ ਕੁਝ ਨਹੀਂ ਰਿਸਪੌਂਸ ਕਿਸੇ ਵੱਲੋਂ ਮਿਲਿਆ।
ਬਲਕਿ ਬੜਾ ਉਤਸ਼ਾਹਿਤ ਮਿਲਿਆ ਕਿ ਅੱਛਾ ਲਿਆਓ ਸਾਨੂੰ ਵੀ ਦਿਓ, ਅਸੀਂ ਵੀ ਭਰ ਦਈਏ। ਲੋਕੀ ਸਾਡੇ ਕੋਲੋਂ ਲਾਈਕ ਮਤਲਬ ਰਖਵਾ ਲੈਂਦੇ ਨੇ ਕਾਰਡਸ ਕਿ ਤੁਸੀਂ ਸਾਨੂੰ ਕਾਰਡਸ ਦੇ ਜੋ, ਅਸੀਂ ਆਪਣੀ ਫੈਮਲੀਜ਼ ਤੋਂ ਵੀ ਭਰਵਾ ਕੇ ਦੇਾਂਗੇ। ਹੁਣ ਤਾਂ ਕੱਲ ਦੀ ਗੱਲ ਹੈ ਜੀ, ਕੱਲ ਅਸੀਂ ਗਏ ਸੀ ਭਰਵਾਉਣ ਵਾਸਤੇ, ਤਾਂ ਜਿਹੜੇ ਸ਼ਾਪਕੀਪਰਸ ਨੇ ਉਹ ਵੀ ਸਾਡੇ ਤੋਂ ਕਾਰਡਸ ਰਖਵਾ ਰਹੇ ਨੇ ਕਿ ਤੁਸੀਂ ਜੀ ਸਾਡੇ ਕੋਲ ਇੱਥੇ ਡ੍ਰੌਪ ਕਰਕੇ ਜਾਓ, ਕਿ ਅਸੀਂ ਮਤਲਬ ਭਰਵਾ ਕੇ ਰੱਖਾਂਗੇ ਤੇ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸਾਡੇ ਤੋਂ ਪਿਕ ਕਰ ਲਓ ਜਾਂ ਸਾਨੂੰ ਦੱਸ ਦਿਓ ਅਸੀਂ ਕਿੱਥੇ ਡ੍ਰੌਪ ਕਰੀਏ। ਸਾਨੂੰ ਪਰਸੋਂ ਦੀ ਗੱਲ ਹੈ, ਸਾਨੂੰ ਇੱਕ ਕੈਨੇਡਾ ਤੋਂ ਆਇਆ ਰੀਸੈਂਟਲੀ, ਉਹਨੇ ਆਇਆ ਮੁੰਡਾ, ਉਹਨੇ ਕਿਹਾ ਵੀ ਹਾਂ ਮੇਰੇ ਕੋਲ ਕਾਫੀ ਸਾਰੇ ਪੁਆਇੰਟਸ ਨੇ, ਮੈਂ ਇੰਨੇ ਛੋਟੇ ਜਿਹੇ ਕਰਕੇ ਕਿੰਨਾ ਕੁਝ ਲਿਖਾ ਸੀ ਕਿ ਤੁਹਾਡੇ ਮਤਲਬ ਜਿੱਥੋਂ ਤੱਕ ਫੀਲ ਹੁੰਦਾ ਤੁਸੀਂ ਕਰੋ। ਮਤਲਬ ਇੰਨਾ ਜ਼ਿਆਦਾ ਉਹਦੇ ਮਨ ਦੇ ਵਿੱਚ ਰੋਜ਼ ਇਸ ਚੀਜ਼ ਨੂੰ ਲੈ ਕੇ ਵੀ ਹਾਂ ਐਕਚੁਅਲ 'ਚ ਮੈਂ ਐਕਸਪ੍ਰੈਸ ਕਰਨਾ ਚਾਹੁੰਦਾ ਹਾਂ। ਔਰ ਉਹਨਾਂ ਦਾ ਪਹਿਲਾ ਰਿਐਕਸ਼ਨ ਇਹ ਸੀ ਕਿ ਮੈਂ ਲਿਖਣਾ ਨਹੀਂ ਚਾਹੁੰਦਾ, ਮੈਂ ਡਿਬੇਟ ਕਰਨਾ ਚਾਹੁੰਦਾ ਮੋਦੀ ਨਾਲ, ਮੈਂ ਡਿਬੇਟ ਕਰਨਾ ਚਾਹੁੰਦਾ। ਐਂਡ ਹੀ ਵਾਸ ਸੋ ਫਰਸਟ੍ਰੇਟਡ ਕਿ ਕਹਿੰਦਾ ਮੈਂ ਬਾਹਰ ਵੀ ਰਹਿ ਕੇ ਆਇਆ, ਮੈਂ ਲੋਕਾਂ ਕੋਲ ਦੇਖਦਾ ਕਿ ਕਿੰਨੇ ਹਜ਼ਾਰ ਏਕੜ ਜ਼ਮੀਨਾਂ ਨੇ ਤੇ ਇੱਥੇ ਪਾਣਾ ਕਿੱਲੇ ਦੇ ਜਿਹੜੇ ਵੀ ਲੋਕ ਨੇ ਜਾਂ ਜਿਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਨੇ ਉਹ ਸਭ ਸਫਰ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਉੱਥੋਂ ਦੇ ਜਦ ਇੰਨੇ ਰਿਚ ਹੋ ਸਕਦੇ ਨੇ ਤੇ ਫਿਰ ਇੱਥੋਂ ਦਿਆਂ ਨੂੰ ਮਤਲਬ ਲਾਈਕ ਅਸੀਂ ਕਿਉਂ ਨਹੀਂ ਪ੍ਰੋਸਪੈਰਿਟੀ ਬਖਸ਼ਦੇ। ਤਾਂ ਮੈਮ ਕੁਝ ਕਾਰਡ ਤੁਸੀਂ ਵੀ ਪੜ੍ਹ ਕੇ ਸੁਣਾਓ ਕਿ ਕਿਹੜੀਆਂ ਭਾਵਨਾਵਾਂ ਜਾਂ ਕਿਹੜੀ ਫੀਲਿੰਗਸ ਲੋਕਾਂ ਨੇ ਲਿਖੀਆਂ ਨੇ। ਜੀ ਇੱਕ ਛੋਟੇ ਜਿਹੇ ਬੱਚੇ ਦਾ ਕਾਰਡ ਹੈ ਇਹ, ਅਗਵਾਨ ਗਿੱਲ, ਉਹਨੇ ਇੱਕ ਲਿਖਿਆ ਆਪਣਾ ਜੋ ਵੀ ਥਾਟ ਉਹਨੇ ਸ਼ੇਅਰ ਕੀਤਾ। ਅ ਫਾਰਮਰ ਇਜ਼ ਅ ਮੈਜੀਸ਼ੀਅਨ ਹੂ ਪ੍ਰੋਡਿਊਸਸ ਮਨੀ ਫਰਮ ਦ ਮਡ, ਗਿਵ ਅ ਰਿਸਪੈਕਟ ਟੂ ਅ ਫਾਰਮਰ। ਕਿ ਸਾਨੂੰ ਇੱਜ਼ਤ ਦੇਣੀ ਚਾਹੀਦੀ ਹੈ ਕਿ ਜਿਹੜਾ ਇੱਕ ਮਿੱਟੀ ਦੇ ਵਿੱਚੋਂ ਸਾਨੂੰ ਉਗਾ ਕੇ ਦਿੰਦਾ ਹੈ, ਫਸਲ ਉਗਾ ਕੇ ਦਿੰਦਾ, ਸਾਡੇ ਢਿੱਡ ਭਰ ਰਿਹਾ ਆ, ਤੇ ਸਾਨੂੰ ਉਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਮਤਲਬ ਇਨ ਦਾ ਸੈਂਸ ਆਪਾਂ ਕਹਿ ਸਕਦੇ ਹਾਂ ਕਿ ਮੋਦੀ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ। ਉਹ ਇਸ ਮੈਸੇਜ ਦੇ ਥਰੂ ਇਹੀ ਕਹਿਣਾ ਚਾਹ ਰਿਹਾ ਹੈ। ਤਾਂ ਇੱਕ ਕਾਰਡ ਮੈਂ ਵੀ ਪੜ੍ਹਦਿਆਂ ਮੇਰੇ ਵੀ ਅੱਖਾਂ ਗਾੜੀ ਬਾਰ-ਬਾਰ ਆ ਰਿਹਾ ਕਿ ਜਿਸ ਤਰੀਕੇ ਨਾਲ ਦੇਖੋ ਕਿ ਤੁਸੀਂ ਪਿੱਛੇ ਆਪਣੇ ਵਿਊਜ਼ ਲਿਖ ਸਕਦੇ ਹੋ, ਚਾਹੇ ਸਪੇਸ ਥੋੜੀ ਘੱਟ ਆ, ਕਈ ਕਾਰਡਾਂ ਦੇ ਉੱਪਰ ਤਾਂ ਲੱਗ ਰਿਹਾ ਕਿ ਸਪੇਸ ਵਾਕਈ ਘੱਟ ਆ। ਆਪਾਂ ਪੜ੍ਹ ਕੇ ਦਿਖਾਉਣਾ ਕਿ ਜਦੋਂ ਤੱਕ ਤੂੰ ਕਾਲੇ ਕਾਨੂੰਨ ਨਹੀਂ ਵਾਪਸ ਲਏਗਾ ਉਦੋਂ ਤੱਕ ਅਸੀਂ ਨਹੀਂ ਉੱਠਾਂਗੇ। ਤਾਂ ਆ ਦੇਖੋ ਕਿ ਉੱਠਣ ਦੀ ਗੱਲ ਹੈ ਕਿ ਜੇ ਕੋਈ ਲੋਕ ਕਹਿੰਦੇ ਆ ਕਿ ਉੱਥੋਂ ਉੱਠ ਗਏ ਨੇ, ਗਰਮੀਆਂ ਆ ਗਈਆਂ ਨੇ, ਤਾਂ ਸ਼ਾਇਦ ਕਿਸਾਨ ਵਾਪਸ ਘਰਾਂ ਨੂੰ ਮੁੜ ਜਾਣਗੇ, ਪਰ ਇਦਾਂ ਦੀ ਕੋਈ ਗੱਲ ਨਹੀਂ। ਕਿ ਇਸ ਤਰੀਕੇ ਨਾਲ ਇਹ ਜਜ਼ਬਾ ਆਇਆ ਜਿੰਨਾ ਵੀ ਟੇਬਲ ਦੇ ਉੱਪਰ ਤੁਸੀਂ ਦੇਖ ਰਹੇ ਹੋ, ਹਾਲਾਂਕਿ ਬਹੁਤ ਜ਼ਿਆਦਾ ਕਾਰਡ ਨੇ ਭਰੇ ਜਿਹੜੇ, ਪਰ ਇਹ ਜਜ਼ਬਾ ਲੋਕਾਂ ਦੇ ਵਿੱਚ ਹੈਗਾ ਆ। ਤਾਂ ਹੋਰ ਨੌਜਵਾਨ ਨੇ, ਗੁਰਕਿਰਤ ਇਹ ਦੱਸੋ ਕਿ ਮੁਹਿੰਮ ਸ਼ੁਰੂ ਕਿੱਥੋਂ ਹੋਈ, ਇਹ ਕੌਣ ਲੋਕ ਨੇ, ਕਿਉਂਕਿ ਤੁਸੀਂ ਵੀ ਇਸ ਮੁਹਿੰਮ ਦੇ ਨਾਲ ਜੁੜੇ ਹੋ, ਤੇ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਕਿੱਦਾਂ ਕਰ ਸਕਦਾ? ਇੱਕ ਤਾਂ ਜੀ ਇਹ ਹਮਾਰੀ ਆਵਾਜ਼ ਮੁਹਿੰਮ, ਹਮਾਰੇ ਮਨ ਕੀ ਬਾਤ ਸੁਣੋ ਮੁਹਿੰਮ ਸ਼ੁਰੂ ਕੀਤੀ ਆ ਲੁਧਿਆਣੇ ਦੇ ਕੋਈ ਸਟੂਡੈਂਟ ਨੇ, ਟੀਚਰਸ ਨੇ ਤੇ ਡਾਕਟਰਸ ਨੇ ਜਿਨ੍ਹਾਂ ਨੇ ਸ਼ੁਰੂ ਕੀਤੀ ਸੀਗੀ। ਤੇ ਅਸੀਂ ਜਦੋਂ ਉਹਨਾਂ ਨੂੰ ਇਹ ਕੰਮ ਕਰਦੇ ਦੇਖਿਆ, ਅਸੀਂ ਉਹਨਾਂ ਦੀਆਂ ਪੋਸਟ ਵਗੈਰਾ ਇੰਸਟਾਗ੍ਰਾਮ ਤੇ ਦੇਖਿਆ, ਅਸੀਂ ਉਹਨਾਂ ਨੂੰ ਮੈਸੇਜ ਕੀਤਾ ਕਿ ਅਸੀਂ ਵੀ ਤੁਹਾਡੇ ਨਾਲ ਆ। ਮੇਰਾ ਐਕਚੁਅਲੀ ਮਨ ਇਹ ਕਹਿੰਦਾ ਕਿ ਕੋਈ ਵੀ ਬੰਦਾ ਜੇ ਕਿਤੇ ਵੀ ਕੋਈ ਐਫਰਟ ਕਰ ਰਿਹਾ, ਅਸੀਂ ਉਹਨਾਂ ਦੇ ਨਾਲ ਜ਼ਰੂਰ ਜੁੜੀਏ। ਤੇ ਉਹਨਾਂ ਨੇ ਫਿਰ ਸਾਨੂੰ ਕੁਝ ਕਾਰਡਸ ਭੇਜੇ ਤੇ ਅਸੀਂ ਵੀ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਿੱਦਾਂ ਭਰਵਾ ਰਹੇ ਹੋ। ਉਹਨਾਂ ਨੇ ਵੀ ਸਾਨੂੰ ਗਾਈਡਲਾਈਨਸ ਵਗੈਰਾ ਸਾਨੂੰ ਦਿੱਤੀਆਂ ਕਿ ਆਪਾਂ ਇਦਾਂ ਭਰਵਾ ਸਕਦੇ ਹਾਂ। ਤੇ ਇਹਦਾ ਮੋਟਿਵ ਇਹ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਹਿਣਾ ਹੈ ਕਿ ਇਹ ਕਾਲੇ ਕਾਨੂੰਨ ਵਾਪਸ ਲਓ ਤੇ ਤੁਸੀਂ ਨਾਲ ਆਪਣੇ ਮਨ ਦੀ ਜੋ ਵੀ ਵਿਚਾਰ ਨੇ ਆਪਾਂ ਲਿਖ ਸਕਦੇ ਹਾਂ। ਤੇ ਜੇ ਕੋਈ ਵੀ ਬੰਦਾ ਇਹ ਕਾਰਡਸ ਸਾਡੇ ਕੋਲੋਂ ਲੈਣਾ ਚਾਹੁੰਦਾ ਆ, ਮੇਰਾ ਫੋਨ ਨੰਬਰ ਹੈਗਾ ਜੀ 9856500001। ਤੁਸੀਂ ਮੈਨੂੰ ਜਦ ਮਰਜੀ 24/7 ਇੱਕ ਟੈਕਸਟ ਜਾਂ ਮਿਸ ਕਾਲ ਵੀ ਦੇ ਦੋਗੇ, ਮੈਂ ਕਾਲ ਬੈਕ ਕਰਾਂਗਾ। ਤੁਸੀਂ ਮੇਰੇ ਕੋਲੋਂ ਇਹ ਕਾਰਡਸ ਜਲੰਧਰ ਮਾਡਲ ਟਾਊਨ ਏਰੀਆ, ਕਪੂਰਥਲਾ ਸ਼ਹਿਰ, ਜਲੰਧਰ ਦੇ ਲਾਗੇ ਤਾਗੇ ਕਿਤੇ ਵੀ, ਜਾਂ ਪੰਜਾਬ ਵਿੱਚ ਤੁਹਾਨੂੰ ਕਿਤੇ ਵੀ ਚਾਹੀਦੇ ਨੇ, ਅਸੀਂ ਤੁਹਾਨੂੰ ਕਾਰਡਸ ਵੀ ਪਹੁੰਚਾ ਸਕਦੇ ਹਾਂ। ਤੇ ਜੇ ਕੋਈ ਮੇਰਾ ਵੀਰ NRI ਜਾਂ ਕੋਈ ਦੂਰ ਬੈਠੇ ਆ, ਕੋਈ ਸਟੇਟ ਤੋਂ ਜ਼ਿਆਦਾ ਦੂਰ ਨੇ, ਕੋਈ ਆਪਣੇ ਗੱਲ ਲਿਖਣਾ ਚਾਹੁੰਦੇ ਆ, ਸਾਡੇ ਪੇजेस ਦੇ ਉੱਪਰ ਹਮਾਰੀ.ਆਵਾਜ਼ ਪੇਜ ਹੈਗਾ, ਉਹਦੇ ਉੱਪਰ ਬਾਇਓ ਦੇ ਵਿੱਚ ਅਸੀਂ ਲਿੰਕ ਪਾਇਆ ਹੋਇਆ ਆ, ਇੱਕ ਗੂਗਲ ਫਾਰਮ ਬਣਾਇਆ ਹੋਇਆ, ਉਹਦੇ ਵਿੱਚ ਤੁਸੀਂ ਆਪਣਾ ਮੈਸੇਜ ਟਾਈਪ ਕਰ ਦੋਗੇ। ਸਾਡੀ ਟੀਮ ਤੁਹਾਡੇ ਵੱਲੋਂ ਇੱਕ ਹੈਂਡ ਰਿਟਨ ਮੈਸੇਜ ਇਸ ਪੋਸਟ ਕਾਰਡ ਤੇ ਲਿਖ ਦਿੱਤੀ ਜਾਏਗੀ। ਤੁਸੀਂ ਵੀ ਇੱਕ ਫੜਿਆ ਹੋਇਆ ਹੈ ਕਿ ਇਹ ਤੁਸੀਂ ਵੀ ਦੱਸੋ ਵੀ ਇਹਦੇ ਵਿੱਚ ਕਿਹਨੇ ਅਤੇ ਕੀ ਕੁਝ ਲਿਖਿਆ? ਇਹਦੀ ਪੰਜਾਬੀ ਵਿੱਚ ਲਿਖਿਆ ਹੈਗਾ ਜੀ ਪੋਸਟ ਕਾਰਡ। ਦਵਿੰਦਰ ਸਿੰਘ ਨੇ, ਜਲੰਧਰ ਦੇ ਵਸਨੀਕ ਨੇ, ਉਹਨਾਂ ਨੇ ਆਪਣਾ ਫੋਨ ਨੰਬਰ ਮੈਂਸ਼ਨ ਕੀਤਾ। ਉਹਨਾਂ ਨੇ ਕੁਝ ਲਾਈਨਾਂ ਲਿਖੀਆਂ ਨੇ ਪੰਜਾਬੀ ਵਿੱਚ, ਇਦਾਂ ਨੇ: ਬਚਾਈ ਦਾਤਿਆ ਅੰਨਦਾਤੇ ਨੂੰ ਵਕਤ ਦੀਆਂ ਇਹਨਾਂ ਮਾਰਾਂ ਤੋਂ, ਕਦੇ ਧੀ ਦਾ ਜੋੜੇ ਦਾਜ ਵਿਚਾਰਾ, ਕਦੇ ਹੱਕ ਮੰਗੇ ਸਰਕਾਰਾਂ ਤੋਂ। ਤੂੰ ਐਵੇਂ ਸਾਨੂੰ ਦੇ ਨਾ ਯਾਰਾ, ਮਿਹਣਾ ਕਿਸਮਤ ਖੋਟੀ ਦਾ, ਇਹ ਵਕਤ ਬੜਾ ਬਲਵਾਨ, ਰੋਲ ਦਿੰਦਾ ਏ ਤਕੜੇ ਤੋਂ ਤਕੜਾ ਚੋਟੀ ਦਾ। ਇਹ ਜਿਹੜੇ ਕਵਿਤਾ ਦੇ ਰਾਹੀਂ ਹਰ ਇੱਕ ਦੇ ਮਨ ਦੇ ਭਾਵ ਆ, ਚਾਹੇ ਉਹ ਕਿਸ ਤਰੀਕੇ ਨਾਲ, ਚਾਹੇ ਕਵਿਤਾ ਨਾਲ,
ਤਾਂ ਕੋਈ ਨੌਜਵਾਨ ਤਾਂ ਇੰਨੇ ਐਗਰੈਸ਼ਨ ਦੇ ਵਿੱਚ ਵੀ ਹੁਣ ਮੈਨੂੰ ਲੱਗਦਾ ਗਾਲਾਂ ਗੂਲਾਂ ਤੇ ਨਹੀਂ ਲਿਖਦੇ ਹੋ। ਨਹੀਂ ਸਾਨੂੰ ਕਈ ਜਾਣੇ ਲਿਖ ਵੀ ਦਿੰਦੇ ਨੇ, ਕਈ ਕਹਿੰਦੇ ਕਿ ਅਸੀਂ ਲਿਖਣੀਆਂ ਹੀ ਗਾਲਾਂ ਨੇ, ਅਸੀਂ ਉਹ ਕਹਿੰਦੇ ਸਾਨੂੰ ਪੜਾਸਤਾ ਕੱਢ ਲੈਣ ਤੋਂ ਮਨ ਦੀ। ਬਟ ਇਹ ਆ ਕਿ ਅਸੀਂ ਇੰਨੇ ਆਪਾਂ ਇਦਾਂ ਦੀ ਚੀਜ਼ ਨੂੰ ਪ੍ਰਮੋਟ ਨਹੀਂ ਕਰਾਂਗੇ ਹਨਾ, ਕਿ ਆਪਾਂ ਇਦਾਂ ਦੀਆਂ ਕੁਝ ਗਾਲਾਂ ਲਿਖੀਏ, ਕਿਉਂਕਿ ਆਪਾਂ ਆਪਣੀ ਇਮੇਜ ਬੁਰੀ ਨਹੀਂ ਸ਼ੋਅ ਕਰਨੀ ਚਾਹੁੰਦੇ ਕਿਸੇ ਨੂੰ। ਲੜਕੀਆਂ ਨਾਲ ਤਾਂ ਚਲੋ ਹੋਰ ਬਿਹੇਵੀਅਰ ਲੋਕ ਕਰਦੇ, ਜਿੱਦਾਂ ਮੈਂ ਉਹਨਾਂ ਨੂੰ ਵੀ ਸਵਾਲ ਪੁੱਛਿਆ ਕਿ ਕੋਈ ਬੀਜੇਪੀ ਸਪੋਰਟਰ ਮਿਲਿਆ ਹੋਵੇ, ਤੁਸੀਂ ਵੀ ਮੈਂ ਦੇਖਿਆ ਤੁਹਾਨੂੰ ਕਈ ਵਾਰੀ ਤੁਸੀਂ ਮਾਡਲ ਟਾਊਨ ਜਾਂ ਭਰਵਾਉਂਦੇ ਹੋ, ਤਾਂ ਕੋਈ ਸਪੋਰਟਰ ਮਿਲਿਆ ਹੋਵੇ? ਨਹੀਂ, ਬੀਜੇਪੀ ਦੇ ਸਪੋਰਟਰ ਇਸ ਵੇਲੇ ਤਾਂ ਬਹੁਤ ਠੰਡੇ ਹੋ ਕੇ ਸ਼ਾਂਤ ਹੋ ਕੇ ਬੈਠੇ ਨੇ, ਉਹ ਸਾਡੇ ਨਾਲ ਤਾਂ ਕੋਈ ਪੁੱਠੀ ਸਿੱਧੀ ਗੱਲ ਨਹੀਂ ਕਰਦੇ। ਬਟ ਕੁਝ ਲੋਕ ਇਹੋ ਜਿਹੇ ਜ਼ਰੂਰ ਨੇ ਕਿ ਜਿਹੜੇ ਥੋੜੇ ਸੰਗਦੇ ਨੇ, ਸਾਨੂੰ ਉਹਨਾਂ ਨੂੰ ਉਤਸ਼ਾਹਿਤ ਕਰਨਾ ਪੈਂਦਾ ਕਿ ਤੁਸੀਂ ਵੀ ਸਾਹਮਣੇ ਆ ਕੇ ਆਪਣੀ ਗੱਲ ਰੱਖੋ, ਤੁਹਾਨੂੰ ਕਿਸੇ ਦਾ ਡਰ ਨਹੀਂ ਹੈਗਾ। ਬਟ ਮੋਦੀ ਸਪੋਰਟਰ ਵੀ ਇਸ ਵੇਲੇ ਡਾਵਾਡੋਲ ਹੀ ਨੇ, ਉਹ ਸਿਰਫ ਮੋਦੀ ਦੇ ਸਾਹਮਣੇ ਉਹਦੇ ਸਪੋਰਟਰ ਨੇ, ਪਿੱਠ ਪਿੱਛੇ ਉਹ ਵੀ ਉਹਦੀ ਸਪੋਰਟ ਨਹੀਂ ਕਰ ਰਹੇ ਹੈਗੇ, ਉਹ ਸਿਰਫ ਆਪਣਾ ਨਾਮ ਰੋਸ਼ਨ ਕਰਨ ਨੂੰ। ਕਈ ਲੋਕੀ ਜਿੱਦਾਂ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਹਨਾ, ਕਈ ਸੰਸਥਾਵਾਂ ਨਾਲ ਜੁੜੇ ਹੋਏ ਆ, ਉਹ ਆਪਣੀ ਸਿਕਿਉਰਿਟੀ ਭਾਲਦੇ ਆ, ਗਲਤ ਸ਼ਬਦਾਵਲੀ ਮੋਢਿਆਂ ਤੇ ਰੱਖ ਕੇ ਚਲਾਉਣ ਨੂੰ ਫਿਰਦੇ ਆ ਕਿ ਆਪੋ ਆਪਣਾ ਫਾਇਦਾ ਆਪਣਾ ਨਾਮ ਮੋਰੇ ਕਰ ਲਈਏ ਬਸ। ਤਾਂ ਸਰਤਾਜ ਨੇ ਬਈ ਮੈਨੂੰ ਲੱਗਦਾ ਕਿ ਇਸ ਅੰਦੋਲਨ ਨੇ ਬਹੁਤ ਸਾਰੀਆਂ ਚੀਜ਼ਾਂ ਪੋਜ਼ਿਟਿਵ ਕੀਤੀਆਂ ਨੇ, ਜਿਸ ਤਰੀਕੇ ਨਾਲ ਨੌਜਵਾਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰਤੀ, ਲੜਕੀਆਂ ਅੱਗੇ ਆਈਆਂ ਨੇ, ਹੋਰ ਬਹੁਤ ਸਾਰੇ ਨੌਜਵਾਨ, ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਚੰਗੇ ਚੰਗੇ ਬੁਲਾਰੇ ਵੀ ਬਣ ਗਏ। ਤਾਂ ਕੀ ਲੱਗਦਾ ਕਿ ਚੇਂਜ ਵਾਕਈ ਲੱਗਦਾ ਇਸ ਅੰਦੋਲਨ ਦੇ ਨਾਲ? ਦੇਖੋ, ਇਸ ਅੰਦੋਲਨ ਨੇ ਸਾਨੂੰ ਸਭ ਤੋਂ ਪਹਿਲੀ ਚੀਜ਼, ਮੈਂ ਵੱਡੇ ਤੌਰ ਤੇ ਜਿਹੜੀ ਚੀਜ਼ ਹੋਈ ਹੈ ਸਭ ਤੋਂ ਪਹਿਲਾਂ, ਉਹ ਹੋਇਆ ਪੰਜਾਬ ਹਰਿਆਣਾ ਨੂੰ ਇੱਕ ਕਰਤਾ। ਸਭ ਤੋਂ ਪਹਿਲਾਂ ਆਪਾਂ ਕਈ ਵਾਰੀ ਅੱਗੇ ਦਿੱਲੀ ਜਾਈਦਾ ਸੀ ਤਾਂ ਜਦੋਂ ਪੰਜਾਬ ਦਾ ਬਾਰਡਰ ਟੱਪਣਾ ਤੇ ਇਦਾਂ ਲੱਗਣਾ ਕਿ ਚੱਲ ਛੇਤੀ ਦਿੱਲੀ ਪਹੁੰਚ ਜਾਈਏ ਤੇ ਕੰਮ ਮੁਕਾ ਕੇ ਛੇਤੀ ਪੰਜਾਬ ਆ ਜਾਈਏ। ਸਾਡੇ ਮਨ 'ਚ ਨਾ SYL ਹੋਰ ਕਈ ਚੀਜ਼ਾਂ ਕਰਾ ਕਰੂ ਕੇ ਸਾਡੀ ਬੜੀ ਨੈਗੇਟਿਵਿਟੀ ਫੀਲ ਕੀਤੀ ਹੋਈ ਸੀ ਹਰਿਆਣੇ ਦੇ ਲੋਕਾਂ 'ਚ ਵੀ। ਮੈਂ ਮੋਸਟਲੀ ਸਿੰਘੂ ਬਾਰਡਰ ਹੁੰਨਾ, ਉੱਥੇ ਕਦੀ ਹਿੰਦੂ ਸਿੱਖ ਮੁਸਲਮਾਨ ਵਰਡ ਨਹੀਂ ਸੁਣਿਆ, ਕਦੀ ਉੱਥੇ ਪੰਜਾਬ ਹਰਿਆਣਾ ਵਰਡ ਨਹੀਂ ਸੁਣਿਆ। ਉੱਥੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਵੀ ਹੁੰਦਾ ਹੈ, ਉੱਥੇ ਸ਼ਾਮ ਨੂੰ ਜੋ ਰਾਮ ਰਾਮ ਵੀ ਬੋਲਿਆ ਜਾਂਦਾ ਹੈ, ਅੱਲਾ ਅੱਲਾ ਵੀ ਪਾਠ, ਸਭ ਕੁਝ ਇਸ ਟਾਈਮ ਚੱਲ ਰਿਹਾ ਉੱਥੇ ਇਸ ਟਾਈਮ ਸਪੀਕਰਸ ਤੇ ਇੰਨੀ ਕੁ ਪੋਜ਼ਿਟਿਵਿਟੀ ਹੈ। ਇਕੱਠੇ ਬਹਿ ਕੇ ਖਾਂਦੇ ਆ, ਇਕੱਠੇ ਬਹਿ ਕੇ ਗੱਲਾਂ ਮਾਰਦੇ ਆ, ਇਕੱਠੇ ਬਹਿ ਕੇ ਸੌਂਦੇ ਆ। ਕਈ ਵਾਰੀ ਤਾਂ ਹੁਣ ਮੇਰੇ ਵੀ ਰਿਸ਼ਤੇਦਾਰੀ 'ਚ ਇਹ ਗੱਲਾਂ ਹੁੰਦੀਆਂ ਨੇ ਕਿ ਕੱਲ ਨੂੰ ਤੁਹਾਡੇ ਵਿਆਹ ਹੋਣੇ ਨੇ, ਇਹ ਨਾ ਹੋਵੇ ਪੰਜਾਬੀਆਂ ਤੋਂ ਵੱਧ ਹਰਿਆਣੇ ਵਾਲੇ ਆਏ ਹੁਣ ਤੁਹਾਡੇ ਵਿਆਹਾਂ ਦੇ। ਤੇ ਚਲੋ ਇਹ ਪੋਜ਼ਿਟਿਵਿਟੀ ਹੈ। ਪਲੱਸ ਸ਼ਹਿਰ 'ਚ ਕੁਝ ਲੋਕਾਂ ਦੀ ਆਪਸ 'ਚ ਕਨੈਕਟੀਵਿਟੀ ਨਹੀਂ ਸੀ, ਅਸੀਂ ਉਹ ਇਕੱਠੇ ਹੋਏ ਆ, ਸਾਰੇ ਯੂਥ ਇਕੱਠਾ ਹੋਇਆ। ਐਂਡ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਅੰਦੋਲਨ ਹੈ ਜਾਂ ਕੋਈ ਵੀ ਮੁਹਿੰਮ ਹੈ, ਜੇ ਉਹਦੇ 'ਚ ਯੂਥ ਇਨਵੋਲਵ ਹੋ ਜਾਵੇ ਤਾਂ ਉਹਦੀ ਜਿੱਤ ਨਿਸ਼ਚਿਤ ਹੈ ਜੀ। ਅੱਛਾ, ਇੱਕ ਗੱਲ ਇਹ ਦੱਸੋ, ਤੁਸੀਂ ਸਿੰਘੂ ਤੇ ਅਸੀਂ ਵੀ ਉੱਥੇ ਬਹੁਤਾ ਚਿਰ ਕਵਰੇਜ ਕੀਤੀ ਆ, ਕਈ ਵਾਰੀ ਮੈਸੇਜ ਇਹ ਪਹੁੰਚਾਇਆ ਜਾ ਰਿਹਾ ਕਿ ਨੌਜਵਾਨ ਘਰਾਂ ਨੂੰ ਮੋੜ ਆਏ, ਨੌਜਵਾਨ ਹੁਣ ਨਹੀਂ ਜਾਣਗੇ, ਨੌਜਵਾਨ ਵੱਖਰੇ ਹੋ ਗਏ, ਲੀਡਰ ਵੱਖਰੇ ਹੋ ਗਏ, ਤੁਸੀਂ ਕੀ ਮਹਿਸੂਸ ਕਰਦੇ ਹੋ? ਦੇਖੋ, ਇਦਾਂ ਹੈ ਕਿ ਜਦੋਂ ਮੱਤ ਦੇਣੀ ਹੁੰਦੀ ਹੈ ਨਾ, ਉਦੋਂ ਲੀਡਰਾਂ ਸਾਡੇ ਸਿਆਣਿਆਂ ਨੇ ਹੀ ਦੇਣੀ ਹੁੰਦੀ ਹੈ ਤੇ ਜੋਸ਼ ਸਾਡਾ ਹੁੰਦਾ। 26-27 ਨਵੰਬਰ ਨੂੰ ਅਸੀਂ ਇਹ ਚੀਜ਼ ਪ੍ਰੂਵ ਕਰਤੀ ਜਦੋਂ ਅਸੀਂ ਪੁਲਿਸ ਦੇ ਬੈਰੀਕੇਡ ਤੋੜੇ ਨੇ। ਦੂਸਰੀ ਗੱਲ ਇਹ ਆ ਕਿ ਅਸੀਂ ਚਲੋ ਹੁਣ ਔਨ ਕੈਮਰਾ ਆਪਾਂ ਜ਼ਿਆਦਾ ਡਿਸਕਲੋਜ਼ ਨਹੀਂ ਕਰੀਦਾ, ਬਟ ਅਸੀਂ ਸੰਯੁਕਤ ਕਿਸਾਨ ਮੋਰਚੇ ਦਾ IT ਵਿੰਗ ਦਾ ਮੈਂਬਰ ਹਾਂ ਮੈਂ। ਪਰ ਉੱਥੇ ਹੁਣ ਸਾਨੂੰ ਯੂਥ ਨੂੰ ਹੀ ਤਾਂ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਹਨਾਂ ਨੇ ਇਹ ਚੀਜ਼ ਹੈਂਡਲ ਕਰਨ ਦੀ, ਕਿ ਵਰਲਡ ਵਾਈਡ ਜੋ ਚੀਜ਼ ਤੁਹਾਡੀ ਸਟਰੈਂਥ ਆ ਉਹ ਤੁਸੀਂ ਪਹੁੰਚਾਓ, ਜਿਹੜਾ ਸਰਕਾਰ ਨਾਲ ਗੱਲਾਂ ਕਰਨੀਆਂ ਨੇ, ਜੋ ਸਾਰੇ ਪੁਰਾਣੇ ਤੁਹਾਡੇ ਐਕਸਪੀਰੀਅੰਸ ਆ ਉਹ ਜਿਹੜੇ ਬਜ਼ੁਰਗ ਯੂਜ਼ ਕਰਦੇ ਨੇ। ਇਸ ਕਰਕੇ ਹਰ ਚੀਜ਼ ਦਾ ਇੱਕ ਬੈਲੈਂਸ ਹੁੰਦਾ ਹੈ, ਹਰ ਚੀਜ਼ ਅਸੀਂ ਉਹਨਾਂ ਦੀ ਚੀਜ਼ ਓਵਰਟੇਕ ਨਹੀਂ ਕੋਈ ਨੌਜਵਾਨ ਅਲੱਗ ਤੇ ਨਹੀਂ ਗਏ, ਨੌਜਵਾਨ ਮੋਰਚੇ ਦੇ ਨਾਲ ਹੀ ਹੈ, ਅੰਦੋਲਨ ਦੇ ਲੀਡਰਾਂ ਦੇ ਨਾਲ ਹੀ ਹੈ। ਬਿਲਕੁਲ ਨਾਲ ਹੈ ਜੀ, ਉਹਨਾਂ ਦੇ ਆਸ਼ੀਰਵਾਦ ਨਾਲ ਚੱਲ ਰਹੇ ਹਾਂ। ਐਂਡ ਜਿੱਥੇ ਸਾਡੇ ਜੋਸ਼ ਹੈਗਾ ਉੱਥੇ ਉਹਨਾਂ ਦੀ ਹੋਸ਼ ਦੀ ਲੋੜ ਹੈ, ਅਸੀਂ ਵੱਖਰੇ ਹੋ ਹੀ ਨਹੀਂ ਸਕਦੇ। ਅੱਛਾ, ਇੱਕ ਸਵਾਲ ਮੈਂ ਸਾਰਿਆਂ ਤੋਂ ਪੁੱਛੂੰਗਾ ਅਖੀਰ ਦੇ ਵਿੱਚ ਕਿ ਜੇ ਮੁਲਾਕਾਤ ਹੋ ਜੇ ਨਰਿੰਦਰ ਮੋਦੀ ਦੇ ਨਾਲ ਤਾਂ ਪਹਿਲਾ ਸ਼ਬਦ ਕੀ ਹੋਊਗਾ? ਜਦ ਤੁਹਾਡੇ ਵੀ ਤੁਸੀਂ ਵੀ ਭਾਵ ਸਾਰਿਆਂ ਨੇ ਭਰੇ ਆਪੋ ਆਪਣੇ, ਤਾਂ ਇਧਰੋਂ ਸ਼ੁਰੂ ਕਰ ਲੈਂਦੇ ਬਾਈ ਹੁਣਾਂ ਤੋਂ, ਜਦੋਂ ਮੁਲਾਕਾਤ ਹੋਈ ਤਾਂ ਪਹਿਲਾ ਸ਼ਬਦ ਕੀ ਹੋਊਗਾ? ਦੇਖ, ਤੂੰ ਇਦਾਂ ਹੈ ਕਿ ਅੱਜ ਤੱਕ ਆਪਣੇ ਮਨ ਦੀ ਗੱਲ ਕਰਦਾ ਰਿਹਾ, ਹੁਣ ਜਿਨ੍ਹਾਂ ਨੇ ਤੈਨੂੰ ਬਣਾਇਆ ਉਹਨਾਂ ਦੀ ਮਨ ਦੀ ਸੁਣ, ਕਿਉਂਕਿ ਲੋਕ ਸਰਕਾਰਾਂ ਨੂੰ ਬਣਾਉਂਦੇ ਨੇ, ਸਰਕਾਰਾਂ ਲੋਕਾਂ ਨੂੰ ਨਹੀਂ ਬਣਾਉਂਦੀਆਂ। ਤੁਸੀਂ ਗੁਰਕਿਰਤ, ਤੁਸੀਂ ਜਦੋਂ ਮੁਲਾਕਾਤ ਕੀਤੀ ਤਾਂ ਤੁਸੀਂ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਕਿ ਕਿੰਨਾ ਕੁ ਚਿਰ ਕਿਸੇ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਜ਼ਿੰਦਗੀ ਬਤੀਤ ਕਰੇਗਾ ਹਨਾ? ਕਿਸੇ ਨਾ ਕਿਸੇ ਟਾਈਮ ਤਾਂ ਤੈਨੂੰ ਵੀ ਉਹਨਾਂ ਨੇ ਧੋਖਾ ਦੇ ਦੇਣਾ ਹੈ, ਉਹਨਾਂ ਨੇ ਲੱਤ ਮਾਰ ਦੇਣੀ ਆ। ਪਰ ਸਾਡੇ ਕਿਸਾਨ ਇਹੋ ਜਿਹੇ ਨੇ ਜਿਹੜੇ ਸਾਰੀ ਉਮਰ ਲੋਕਾਂ ਦਾ ਢਿੱਡ ਭਰਦੇ, ਆਪਣਾ ਦਮ ਤੋੜ ਦਿੰਦੇ ਆ। ਤੂੰ ਕਿਸਾਨਾਂ ਦੇ ਵੱਲ ਦਾ ਹੋ ਜਾ, ਵੋਟਾਂ ਹੀ ਚਾਹੀਦੀਆਂ ਆ, ਅਸੀਂ ਤੈਨੂੰ ਵੋਟਾਂ ਵੀ ਪਾਵਾਂਗੇ, ਤੈਨੂੰ ਫੇਰ ਤਾਂ ਮੰਤਰੀ ਬਣਾ ਦੇਵਾਂਗੇ, ਪਰ ਤੂੰ ਇਸ ਵੇਲੇ ਸਾਡੇ ਵੱਲ ਦਾ ਹੋ ਜਾ, ਬਸ ਅਸੀਂ ਇੰਨਾ ਹੀ ਕਵਾਂਗੇ। ਹੋਰ ਇਸ ਤੋਂ ਬਾਅਦ ਮੈਂ ਗੱਲਾਂ ਨਹੀਂ ਕਰਨੀਆਂ ਚਾਹੂੰਗਾ ਉਸ ਬੰਦੇ ਨਾਲ। ਬਈ ਤੁਸੀਂ ਕੀ ਕਹੋਗੇ ਮੁਲਾਕਾਤ ਕਰਕੇ? ਬਸ ਹੁਣ ਇਹਨਾਂ ਨੂੰ ਕਹੋ ਕਿ ਕਾਨੂੰਨ ਵਾਪਸ ਲੈ ਲੈਣ, ਬਸ ਦੈਟਸ ਇਟ। ਤੁਸੀਂ ਜਦੋਂ ਮੁਲਾਕਾਤ ਹੋਈ ਤੁਸੀਂ ਕੀ ਕਹੋਗੇ? ਮੈਂ ਤਾਂ ਜੀ ਇੱਕੋ ਗੱਲ ਪੁੱਛਣਾ ਚਾਹਾਂਗੀ ਕਿ ਜੇ ਸੰਦਾਤਾ ਤੈਨਾਤ ਤਸੀਹਾ ਤੂੰ ਕਰ ਰਿਹਾ, ਉਹਦੇ ਉਪਜਾਈ ਹੋਈ ਰੋਟੀ ਲੰਘਾਉਣ ਲੱਗਿਆ, ਤੈਨੂੰ ਸ਼ਰਮ ਨਾ ਆਈ? ਬਸ ਮੈਂ ਤਾਂ ਇਹੀ ਪੁੱਛੂੰਗੀ।
ਤੁਸੀਂ ਕੀ ਕਹੋਗੇ? ਜੀ ਬਿਲਕੁਲ ਆਹੀ ਕਵਾਂਗੇ, ਜੋ ਕਾਲੇ ਕਾਨੂੰਨ ਤੁਸੀਂ ਮਤਲਬ ਇੰਪਲੀਮੈਂਟ ਕਰਨਾ ਚਾਹ ਰਹੇ ਹੋ ਉਹਨਾਂ ਨੂੰ ਵਾਪਸ ਲੈ ਲਓ, ਤਾਂ ਕਿ ਜਿਹੜੇ ਸੜਕਾਂ ਤੇ ਕਿਸਾਨ ਇੱਕ ਕੰਮ ਰੁਲ ਰਿਹਾ ਉਹ ਆਪਣੇ ਘਰਾਂ ਨੂੰ ਰੱਜਦਾ ਪੁੱਜਦਾ ਵਾਪਸ ਆਵੇ। ਆਪੋ ਆਪਣੇ ਤਰੀਕਿਆਂ ਦੇ ਨਾਲ ਕਿਸਾਨ ਪ੍ਰੋਟੈਸਟ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਕਿ ਇਹ ਨੌਜਵਾਨਾਂ ਨੇ ਬੜੇ ਵਧੀਆ ਤਰੀਕੇ ਨਾਲ ਅਤੇ ਬੜੇ ਸਹੀ ਤਰੀਕੇ ਨਾਲ, ਸਹੀ ਢੰਗ ਦੇ ਨਾਲ ਇਹ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੇ ਨਾਲ ਖੜਿਆ ਜਾਵੇ, ਕਿਉਂਕਿ ਕਈ ਵਾਰੀ ਹੁੰਦਾ ਕਿ ਕੁਝ ਨੌਜਵਾਨ ਨਹੀਂ ਜਾ ਸਕਦੇ ਹੁੰਦੇ ਉੱਥੇ ਬਾਰਡਰਾਂ ਦੇ ਉੱਪਰ, ਪਰ ਉਹ ਘਰ ਰਹਿ ਕੇ ਵੀ ਆਪਣਾ ਆਪ ਸਮਰਪਿਤ ਸਾਰਾ ਕਿਸਾਨੀ ਅੰਦੋਲਨ ਨੂੰ ਕੀਤਾ ਹੋਇਆ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ।